ਅਮਰੀਕਾ ਦੇ ਐਂਬੈਸਡਰ ਨੇ ਪਾਕਿਸਤਾਨ ਦੇ ਵਿੱਚ ਡੋਨਾਲਡ ਬਲੂਮ ਉਹ 6 ਦਿਨ ਗਿਲਗਿਤ ਬਾਲਟਿਸਤਾਨ ਦੇ ਵਿੱਚ ਗਏ। Row after US diplomats visit to Pakistan occupied Kashmir, US envoy says not my place to react। ਉਹਨੇ ਕਿਹਾ ਜੀ ਕਿ ਅਸੀਂ ਜਦੋਂ ਤੁਸੀਂ ਸ੍ਰੀਨਗਰ ਮੀਟਿੰਗ ਰੱਖੀ ਉਹਦੇ 'ਚ ਵੀ ਅਸੀਂ ਗਏ ਸੀ, ਤੇ ਜੇ ਹੁਣ ਗਿਲਗਿਤ ਬਾਲਟਿਸਤਾਨ ਗਏ ਤਾਂ ਕੀ ਹੋ ਗਿਆ? ਜੇ ਕੱਲ੍ਹ ਤੱਕ ਤਾਂ ਅਮਰੀਕਾ ਦੇ ਗੁਣ ਗਾ ਰਹੇ ਸੀ ਕਿ ਅਮਰੀਕਾ ਜਿਹੜਾ ਹੈ ਉਹ ਸਾਡੇ ਨਾਲ, ਹੁਣ ਅਸੀਂ ਇੱਥੇ ਪਹੁੰਚ ਗਏ, ਹੁਣ ਉੱਥੇ ਪਹੁੰਚ ਗਏ, ਹੁਣ ਇੱਕਦਮ ਅਜੇ ਮੂੰਹ ਦੇ ਵਿੱਚ ਤਾਂ ਜੋ ਸੰਘ 'ਚ ਲੰਘਿਆ ਨਹੀਂ ਸੀ ਤਾਂ ਹੁਣ ਥੂ ਕਿਵੇਂ ਕਰ। ਜੈ ਸ਼ੰਕਰ ਨੂੰ ਵੀ ਇਹ ਨਜ਼ਰ ਆ ਰਿਹਾ ਕਿ ਵੀ ਇੱਥੋਂ ਤਾਂ ਹੁਣ ਛਿੱਤਰਾਂ ਦੇ ਛਿੱਤਰ ਪੈ ਰਹੇ ਨੇ, ਚੱਲੀਏ ਪੁਰਾਣੇ ਯਾਰ ਵੱਲ, ਰਸ਼ੀਆ ਵੱਲ। ਉਹਨੇ ਵਾਸ਼ਿੰਗਟਨ 'ਚ ਖਲੋ ਕੇ ਕਿਹਾ ਇੰਡੀਆ ਟੇਕਸ ਗ੍ਰੇਟ ਕੇਅਰ ensuring steady ties with Russia are in good shape। ਵਿਊਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵੀਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਪਿਛਲੇ ਦਿਨ ਜਿਹੜੇ ਪਾਕਿਸਤਾਨ ਦੇ ਅਮਰੀਕਾ ਦੇ ਏਜੰਟ ਗਿਲਗਿਤ ਬਾਲਟਿਸਤਾਨ ਦੇ ਦੌਰੇ ਤੇ ਗਏ, ਇਸ ਤੇ ਭਾਰਤ ਨੇ ਬਹੁਤ ਚੀਕਾਂ ਮਾਰੀਆਂ। ਭਾਰਤ ਸਮੁੱਚੇ ਜੰਮੂ ਕਸ਼ਮੀਰ ਨੂੰ ਸਮੇਤ ਗਿਲਗਿਤ ਬਾਲਟਿਸਤਾਨ ਦੇ ਭਾਰਤ ਦਾ ਹਿੱਸਾ ਜਿਹੜਾ ਉਹ ਦੱਸਦਾ ਹੈ ਕਿ ਅਮਰੀਕਾ ਦਾ ਰਵੱਈਆ ਹੁਣ ਫਿਰ ਪਾਕਿਸਤਾਨ ਪੱਖੀ ਹੋ ਰਿਹਾ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਨਾਲ ਇਸ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣਨ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਰਾਜ ਸਾਹਿਬ, ਕੀ ਵਿਚਾਰਾਂ ਨੇ? ਦੇਖੋ, ਅੱਜ ਮੇਰਾ ਲਗਭਗ 1 ਘੰਟੇ ਦਾ ਟੀਵੀ ਔਰ ਰੇਡੀਓ ਇੰਟਰਵਿਊ ਪੰਜਾਬੀ ਰੇਡੀਓ USA ਕੈਲੀਫੋਰਨੀਆ ਬੇਸਡ ਨੇ, ਉਹਨਾਂ ਦੇ ਨਾਲ ਸੀ। ਉਹਨਾਂ ਦਾ ਬੜਾ ਐਨਰਜੈਟਿਕ ਐਂਕਰ ਹੈ, ਯੰਗ ਮੈਨ, ਔਰ ਉਹਨਾਂ ਨੇ ਇੱਕ ਸਵਾਲ ਪੁੱਛਿਆ ਕਿ ਵੀ ਇਹ ਜਿਹੜੀ ਘਟਨਾ ਹੈ 18 ਸਤੰਬਰ ਨੂੰ ਜਿਹੜਾ ਇੰਕਸ਼ਾਫ ਜਸਟਿਨ ਟਰੂਡੋ ਨੇ ਕੀਤਾ, ਇਹਨੇ ਸਾਡੇ ਉਸ ਖਿੱਤੇ ਦੀ ਪੋਲੀਟਿਕਸ ਨੂੰ, ਜੀਓ ਪੋਲੀਟਿਕਸ ਨੂੰ ਇਮੀਡੀਏਟ ਕਿਵੇਂ ਪ੍ਰਭਾਵਿਤ ਕੀਤਾ ਔਰ ਲੌਂਗ ਟਰਮ ਇਸ ਦੇ ਕੀ ਪ੍ਰਭਾਵ ਹੋਣਗੇ। ਇਹ ਬੜਾ ਅਹਿਮ ਸਵਾਲ ਹੈ ਕਿਉਂਕਿ ਬਹੁਤ ਵਾਰ ਇੱਕ ਤਾਂ ਐਕੂਜ਼ੇਸ਼ਨਸ, ਕਾਊਂਟਰ ਐਕੂਜ਼ੇਸ਼ਨਸ ਹੁੰਦੀਆਂ, ਇੱਕ ਵਿਦਨ ਅਸੀਂ ਦੇਖਦੇ ਹਾਂ ਕਿ ਵੀ ਮੀਡੀਆ ਦਾ ਕਿਵੇਂ ਟ੍ਰੈਂਡ ਬਦਲਿਆ, ਕਿਵੇਂ ਸਿੱਖ ਐਕਟਿਵਿਸਟ ਅਸੀਂ ਬਣ ਗਏ ਜਿਨ੍ਹਾਂ ਨੂੰ ਕੱਲ੍ਹ ਤੱਕ ਦਹਿਸ਼ਤਗਰਦ ਉਹ ਇੰਡੀਅਨ ਜ਼ਬਾਨ ਹੀ ਉਹਨਾਂ ਦੀ ANI ਦੇ ਨਾਲ ਜਿਹੜੀ ਰॉयटर ਔਰ ਐਸੋਸੀਏਟਡ ਪ੍ਰੈਸ ਦੀ ਭਾਈਵਾਲੀ ਹੈ ਉਹੀ ਦੁਹਰਾਇਆ ਜਾਂਦਾ ਸੀ ਪ੍ਰੋਪੇਗੈਂਡਾ। ਔਰ ਇੰਡੀਆ ਕਿਵੇਂ ਐਜ਼ ਏ ਰੌਕ ਸਟੇਟ ਵੱਲ ਜਿਹੜਾ ਉਸ ਦੇ ਕਦਮ ਵਧਣੇ ਸ਼ੁਰੂ ਹੋਏ ਨੇ ਇਹਨਾਂ ਦੀਆਂ ਨਜ਼ਰਾਂ 'ਚ। ਰੌਕ ਸਟੇਟ ਤਾਂ ਪਹਿਲਾਂ ਤੋਂ ਹੀ ਹੈ ਔਰ ਇਹ ਜਮਹੂਰੀਅਤ ਦਾ ਲਬਾਦਾ ਪਹਿਨ ਕੇ ਜੋ ਇਹ ਫਾਸ਼ਿਜ਼ਮ ਕਰ ਰਹੇ ਸੀ, ਜੋ ਨਾਜ਼ੀਆਂ ਦੀ ਆਈਡੀਓਲੋਜੀ ਨੂੰ ਇੰਪਲੀਮੈਂਟ ਕਰ ਰਹੇ ਸੀ, ਜਿਹੜਾ ਬਹੁਤ ਕੁਛ ਅੰਡਰ ਕਵਰ ਸੀ ਫਾਰ ਏ ਲੌਂਗ ਟਾਈਮ, ਤੇ ਉਹ ਜਦੋਂ ਕਹਿੰਦੇ ਨੇ ਪਾਜ ਮਲੰਮਾ ਲੈ ਜਾਏਗਾ, ਜਦੋਂ ਲੱਥ ਗਿਆ ਮਲੰਮਾ ਤੇ ਫਿਰ ਨਜ਼ਰ ਆ ਗਿਆ ਕਿ ਭਾਈ ਥੱਲੇ ਕੀ ਗੰਦ ਹੈ। ਹੁਣ ਇਸ ਸਾਰੇ ਦੇ ਚੱਲਦਿਆਂ ਮੈਂ ਇਹ ਸਮਝਦਾ ਵੀ ਇਹ ਇੰਪੋਰਟੈਂਟ ਹੈ ਸਮਝਣਾ, ਜਿਵੇਂ ਕੱਲ੍ਹ ਵੀ ਅਸੀਂ ਇਹਦੇ 'ਤੇ ਟੱਚ ਬੇਸ ਕੀਤਾ ਸੀ, ਕਿ ਜਿਹੜੀ ਤਬਦੀਲੀ ਹੈ ਉਹ ਕਿਸੇ ਘਟਨਾ ਦੇ ਵੇਲੇ ਤੋਂ ਬਾਅਦ ਹੀ ਹੁੰਦੀ ਹੈ। ਉਹ ਘਟਨਾ ਜੰਗ ਹੋਏ, ਜਿਵੇਂ ਫਸਟ ਵਰਲਡ ਵਾਰ, ਸੈਕੰਡ ਵਰਲਡ ਵਾਰ, ਦੋ ਜਿਹੜੀਆਂ ਸੰਸਾਰ ਜਾਂ ਆਲਮੀ ਜੰਗਾਂ ਸੀ, ਉਹਨਾਂ ਨੇ ਕਿੰਨੇ ਨਵੇਂ ਮੁਲਕ ਬਣਾਏ। ਫਸਟ ਵਰਲਡ ਵਾਰ ਤੋਂ ਬਾਅਦ ਮਿਡਲ ਈਸਟ ਜਿਹੜੀ ਹੈ ਸਲਤਨਤ ਉਸਮਾਨੀਆ, ਆਟੋਮੈਨ ਅੰਪਾਇਰ ਤੋਂ ਜਿਹੜਾ ਉਹ ਖੋਏ ਗਿਆ, ਔਰ ਸਾਊਦੀ ਅਰੇਬੀਆ ਔਰ ਸੀਰੀਆ ਔਰ ਜਾਰਡਨ ਔਰ ਜਿਹੜਾ ਜਿਸ ਤੇ ਕੁਵੈਤ ਔਰ ਇਹ ਸਾਰੇ ਮੁਲਕ ਜਿਹੜੇ ਨੇ ਉਸ ਚੋਂ ਨਿਕਲੇ। ਫਲਸਤੀਨ ਦੀ ਪ੍ਰੋਬਲਮ ਵੀ ਉਹਦੇ ਚੋਂ ਹੀ ਹੈ, ਜਿਹੜੀ ਫਲਸਤੀਨ ਅੰਗਰੇਜ਼ਾਂ ਦੇ ਕੋਲ ਸੀ, ਬਾਅਦ 'ਚ ਜਦੋਂ ਸੈਕੰਡ ਵਰਲਡ ਵਾਰ ਤੋਂ ਬਾਅਦ ਹੋਇਆ ਤੇ ਡਿਵਾਈਡ ਕਰਕੇ ਆ ਗਏ, ਉਹ ਇੱਕ ਵੱਖਰੀ ਕਹਾਣੀ। ਸੋ ਇਸੇ ਤਰ੍ਹਾਂ ਅਸੀਂ ਇਹ ਵੀ ਦੇਖਦੇ ਹਾਂ ਕਿ ਵੀ ਜਦੋਂ ਦੁਨੀਆ 'ਚ ਅਸੀਂ 9/11 ਵਰਗਾ ਵਾਕਿਆ ਦੇਖਦੇ ਹਾਂ ਤੇ ਹਿਸਟਰੀ ਪ੍ਰੀ 9/11 ਪੋਸਟ 9/11 ਬਣ ਗਈ, ਕਿਉਂਕਿ 9/11 ਤੋਂ ਪਹਿਲਾਂ ਜਿਹੜਾ ਆਜ਼ਾਦੀ ਲਈ ਲੜ ਰਿਹਾ, ਭਾਵੇਂ ਹਥਿਆਰਬੰਦ ਸੰਘਰਸ਼ ਲੜ ਰਿਹਾ, ਉਹ ਫਰੀਡਮ ਫਾਈਟਰ ਸੀ, ਔਰ ਜਿਹੜਾ ਹਥਿਆਰਾਂ ਨੂੰ ਮੰਨਣ ਦਾ ਐਡਵੋਕੇਸੀ ਕਰਦਾ ਸੀ ਉਹਨੂੰ ਮਿਲੀਟੈਂਟ ਲਵਿੰਗ ਕਹਿੰਦੇ ਸੀ ਜਾਂ ਮਿਲੀਟੈਂਟ ਕਹਿੰਦੇ ਸੀ, ਤੇ ਜਿਹੜਾ ਸਿਰਫ ਡਰਾਉਣ ਦੇ ਲਈ ਇੱਕ ਡਰ ਫੈਕਟਰ ਦੇ ਤੌਰ 'ਤੇ ਹਥਿਆਰਾਂ ਦਾ ਇਸਤੇਮਾਲ ਕਰਦਾ ਸੀ ਉਹਨੂੰ ਟੈਰਰਿਸਟ ਕਹਿੰਦੇ ਸੀ। ਲੇਕਿਨ 9/11 ਤੋਂ ਬਾਅਦ ਇਹ ਤਿੰਨੋਂ ਹੀ ਲਫ਼ਜ਼ਾਂ ਦੀ ਥਾਂ ਇੱਕੋ ਲਫ਼ਜ਼ ਰਹਿ ਗਿਆ, ਟੈਰਰਿਜ਼ਮ। ਉਹ ਜਿਹਨੂੰ ਮਰਜ਼ੀ, ਔਰ ਉਹਦੇ ਥੱਲੇ ਫਿਰ ਅਮਰੀਕਾ ਨੇ ਆਪਣੇ ਕਾਨੂੰਨ, ਭਾਰਤ ਵਰਗਾ ਮੁਲਕ ਜਿਹੜਾ ਇੱਕ ਟੈਰਰਿਸਟ ਸਟੇਟ ਸੀ, ਉਹਨੇ ਜਿਹੜਾ ਉਹ ਪੁਰਾਣੇ ਤਾਂ ਟਾਡਾ ਵਰਗੇ ਕਾਨੂੰਨ ਸੀ, ਫਿਰ ਆ UAPA, UAPA ਔਰ ਹੋਰ ਕਿੰਨੇ NSA ਜਿਹੜੀ ਏਜੰਸੀ ਬਣਾਈ ਦੂਜੀ ਤੀਜੀ, ਇਹ ਸਾਰੀ ਉਸੇ ਆੜ 'ਚ ਬਣਾਈ ਕਿਉਂਕਿ ਅਮਰੀਕਾ ਉਹਦਾ ਡਿਫੈਂਸ ਹੋਇਆ। ਇਹਨਾਂ ਨੇ ਕੁਛ ਇਸ ਕਿਸਮ ਦੀਆਂ ਜਿਹੜੇ ਨੇ ਜਦੋਂ ਕਰਬ ਲਾਏ
ਔਰ UN ਲੈਵਲ ਦੇ ਉੱਤੇ ਵੀ ਜਿਹੜਾ ਕੋਈ ਬਹੁਤਾ ਵਿਰੋਧ ਤਾਂ ਹੋਣਾ ਨਹੀਂ ਸੀ ਕਿਉਂਕਿ ਵਿਦਨ ਮੇਨਲੈਂਡ ਹਮਲਾ ਹੋਇਆ ਸੀ ਜੀ। ਇਸੇ ਤਰ੍ਹਾਂ ਮੈਂ ਕਿਹਾ ਕਿ ਜਦੋਂ ਹੁਣ ਉਸ ਖਿੱਤੇ ਦੀ ਪੋਲਿਟਿਕਸ ਸਿੱਖਾਂ ਦਾ ਕੀ ਮੁਕਾਮ ਹੈ ਔਰ ਸਾਡੀ ਖਾਲਿਸਤਾਨ ਦੀ ਸਟਰਗਲ ਕਿੱਥੇ ਨੂੰ ਜਾਏਗੀ ਇਸ ਦਾ ਜ਼ਿਕਰ ਹੋਏਗਾ ਤੇ ਇਹ ਘਟਨਾ ਪ੍ਰੀ ਸੈਪਟੈਂਬਰ 18 2023 ਐਂਡ ਪੋਸਟ ਸੈਪਟੈਂਬਰ 18 2023 ਇਵੇਂ ਡਿਸਕਸ ਹੋਏਗਾ ਕਿਉਂਕਿ ਇੱਕ ਦਿਨ ਨੇ ਹਾਲਾਂਕਿ ਘਟਨਾ ਇਹ 3 ਮਹੀਨੇ ਪਹਿਲਾਂ ਦੀ ਹੈ 18 ਜੂਨ ਨੂੰ ਹਰਦੀਪ ਸਿੰਘ ਨਿੱਜਰ ਦਾ ਕੋਲਡ ਬਲੱਡਡ ਮਰਡਰ ਕੀਤਾ ਜਾਂਦਾ ਹੈ ਪਰ ਉਹ ਇਨਕਸ਼ਾਫ ਹਾਲਾਂ ਪਰਦੇ ਪਿੱਛੇ ਤਾਂ ਕਈ ਸਮੇਂ ਤੋਂ ਚੱਲ ਰਿਹਾ ਸੀ I5 ਕੰਟਰੀਜ਼ ਦੀ ਬਰੀਫਿੰਗ ਦੂਸਰੀ ਤੀਸਰੀ ਅੱਛਾ ਹੁਣ ਇਸ ਸਾਰੇ ਦੇ ਚੱਲਦੇ ਆ ਭਾਰਤ ਤਾਂ ਅਰਸ਼ ਤੋਂ ਫਰਸ਼ ਤੇ ਡਿੱਗਿਆ ਹੀ G20 ਚ ਆਰਟੀਫੀਸ਼ੀਅਲੀ ਬਣਿਆ ਵਿਸ਼ਵ ਗੁਰੂ ਔਰ ਦੂਸਰਾ ਔਰ ਇਸ ਚੋਂ ਅਸੀਂ ਇਹ ਵੀ ਦੇਖਿਆ ਵੀ ਪਿਛਲੇ ਪੀਰੀਅਡ 'ਚ ਜਦੋਂ ਇਹ ਆਇਆ ਕਿ ਜੀ ਅਮਰੀਕਾ ਨੇ ਜਿਹੜੀ ਆਪਣੀ ਫੋਰਨ ਪਾਲਿਸੀ ਹੈ ਸਾਊਥ ਏਸ਼ੀਆ 'ਚ ਇੰਡੀਆ ਪਾਕਿਸਤਾਨ ਨੂੰ ਡੀ-ਹਾਈਫਨੇਟ ਕਰਤਾ ਅੱਗੇ ਹੁੰਦਾ ਸੀ ਕਿ ਇੰਡੀਆ ਔਰ ਪਾਕਿਸਤਾਨ ਨੂੰ ਐਟ ਪਾਰ ਵੇਟ ਪਾਕਿਸਤਾਨ ਵੱਲ ਸੀ ਉਹਨਾਂ ਨੇ ਪਾਕਿਸਤਾਨ ਨੂੰ ਛਿੱਟ ਕੇ ਸੁੱਟਿਆ ਔਰ ਇੰਡੀਆ ਸਟ੍ਰੈਟੇਜਿਕ ਪਾਰਟਨਰ ਬਣ ਗਿਆ ਹਥਿਆਰ ਵੀ ਵੇਚਣੇ ਲੌਜਿਸਟਿਕ ਸ਼ੇਅਰ ਕਰਨ ਦੀ ਗੱਲ ਵੀ ਆਈ ਇੱਥੋਂ ਤੱਕ ਕਿ ਕੁਆਡ ਨਾਂ ਦਾ ਇੱਕ ਨਵਾਂ ਜਿਹੜਾ ਚੌਂਕੜੀ ਬਣਾ ਲਈ ਔਰ ਉਸ ਦੇ ਵਿੱਚ ਵੀ ਉਹਨੂੰ ਲਿਆ ਕੇ ਬਿਠਾ ਦਿੱਤਾ ਔਰ ਪੂਰਾ ਲਵੀ ਡਵੀ ਹੋ ਗਿਆ ਕੰਮ ਕਿ ਜੀ ਭੁੱਲ ਗਿਆ ਅਮਰੀਕਾ ਨੂੰ ਵੀ ਕਿ ਵੀ ਇੰਡੀਆ ਨੇ ਕੋਲਡ ਵਾਰ ਈਰਾ ਦੇ ਵਿੱਚ ਸੋਵੀਅਤ ਯੂਨੀਅਨ ਦੇ ਹੱਕ 'ਚ ਜ਼ਿਆਦਾ ਟਾਈਮ ਵੋਟ ਕੀਤਾ ਜਿੰਨਾ ਅਮਰੀਕਾ ਨੇ ਖੁਦ ਨਹੀਂ ਕੀਤਾ ਹੁਣ ਤੇ ਭਾਈ ਉਹਨਾਂ ਦਾ ਕੀ ਉਹਨਾਂ ਨੂੰ ਲੱਗਾ ਕਿ ਜੀ ਹੁਣ ਸਟ੍ਰੈਟੇਜਿਕ ਪਾਰਟਨਰ ਚੀਨ ਨੂੰ ਘੇਰਨਾ ਦੂਜੇ ਤੀਜੇ ਹੁਣ ਇਹ ਜਿਹੜਾ ਵਾਕਿਆ ਹੈ ਜੋ ਉਹਨਾਂ ਨੇ ਅਮਰੀਕਾ ਔਰ ਕੈਨੇਡਾ ਇਸ ਨੂੰ ਐਨੋਏ ਕਰਕੇ ਇਹਨਾਂ ਦੀ ਮੇਨਲੈਂਡ ਦੇ ਉੱਤੇ ਆ ਕੇ ਕੀਤਾ ਇਹਨੇ ਇੱਥੇ ਵੀ ਅੱਖਾਂ ਖੋਲ੍ਹੀਆਂ ਔਰ ਪਾਕਿਸਤਾਨ 'ਚ ਬੇਸ਼ੱਕ ਇੱਕ ਕ੍ਰੀਏਟਡ ਕ੍ਰਾਈਸਿਸ ਸੀ ਉਹਦੇ ਉੱਤੇ ਵੀ ਅਮਰੀਕਾ ਨੇ ਦੁਬਾਰਾ ਨਜ਼ਰਸਾਨੀ ਕੀਤੀ ਹੈ ਔਰ ਅਸੀਂ ਇਹ ਦੇਖ ਰਹੇ ਹਾਂ ਕਿ ਵੀ ਜੇ ਜਿਹੜਾ IMF ਨੇ ਬੇਲ ਆਊਟ ਕੀਤਾ ਪਾਕਿਸਤਾਨ ਨੂੰ ਅਮਰੀਕਾ ਦੀ ਓਕੇ ਤੋਂ ਬਾਅਦ ਉਹਨਾਂ ਦੇ ਮਿਲਟਰੀ ਚੀਫ ਅੱਜ ਕੱਲ੍ਹ ਆਏ ਹੋਏ ਨੇ ਜਾਂ ਆਉਣਾ ਹੈ ਔਰ ਉਸ ਤੋਂ ਪਹਿਲਾਂ ਜਿਹੜਾ ਮਿਲਟਰੀ ਚੀਫ ਦਾ ਜਿਵੇਂ ਰੈੱਡ ਕਾਰਪੇਟ ਔਰ ਦੂਜਾ ਤੀਜਾ ਹੋਇਆ ਸੋ ਉਹਦੇ 'ਚ ਅਮਰੀਕਾ ਨੂੰ ਵੀ ਇਹ ਰੀਅਲਾਈਜ਼ ਹੋਇਆ ਦੋਵੇਂ ਤਰ੍ਹਾਂ ਕਿਉਂਕਿ ਜਿਵੇਂ ਜਿਵੇਂ ਅਮਰੀਕਾ ਭਾਰਤ ਦੇ ਸਿਰ 'ਤੇ ਹੱਥ ਰੱਖ ਕੇ ਉਹਨੂੰ ਆਪਣੇ ਕੁੱਛੜ 'ਚ ਬਿਠਾ ਰਿਹਾ ਸੀ ਪਾਕਿਸਤਾਨ ਅਮਰੀਕਾ ਦੇ ਸਫੀਅਰ 'ਚੋਂ ਨਿਕਲ ਰਿਹਾ ਸੀ ਔਰ ਉਹ ਚਾਈਨਾ ਵੱਲ ਵੱਧ ਰਿਹਾ ਸੀ ਔਰ ਚਾਈਨਾ ਪਾਕਿਸਤਾਨ ਇਕਨੋਮਿਕਲ ਕੋਰੀਡੋਰ ਜਾਂ ਦੂਜਾ ਤਾਂ ਪੁਰਾਣੇ ਪ੍ਰੋਜੈਕਟ ਤੇ ਚੱਲ ਰਹੇ ਔਰ ਇਹ ਵੀ ਪਤਾ ਹੈ ਅਮਰੀਕਾ ਨੂੰ ਕਿ ਵੀ ਜੇ ਤੁਸੀਂ ਉਸ ਖਿੱਤੇ ਦੇ ਵਿੱਚ ਪਾਕਿਸਤਾਨ ਇੱਕ ਡੋਰਵੇ ਹੈ ਸੈਂਟਰਲ ਏਸ਼ੀਆ ਨੂੰ ਵੀ ਯੂਰਪ ਹੁਣ ਜਿੰਨਾ ਮਰਜ਼ੀ ਤੁਸੀਂ ਕਹੋ ਜੀ ਅਸੀਂ ਇੱਕ ਲਾਂਘਾ ਜਿਹੜਾ G20 'ਚ ਹੋਇਆ ਜੀ ਅਸੀਂ ਲਾਂਘਾ ਬਣਾ ਰਹੇ ਹਾਂ ਇੰਡੀਆ ਟੂ ਸਾਊਦੀ ਅਰੇਬੀਆ ਮਿਡਲ ਈਸਟ ਦੈਨ ਟੂ ਯੂਰਪ ਐਂਡ ਫਲਾਣਾ ਢਮਕਾ ਪਾਕਿਸਤਾਨ ਅਫਗਾਨਿਸਤਾਨ ਨੂੰ ਤੁਸੀਂ ਕਿਵੇਂ ਇਗਨੋਰ ਕਰਕੇ ਨਿਕਲ ਸਕਦੇ ਹੋ ਜੀ ਉੱਥੋਂ ਦੀ ਸਾਰਾ ਰਾਹ ਜੁੜਿਆ ਹੋਇਆ ਔਰ ਪਾਕਿਸਤਾਨ ਇੱਕ ਨਿਊਕਲੀਅਰ ਪਾਵਰ ਵੀ ਹੈ ਸੋ ਮੈਨੂੰ ਇਹ ਲੱਗਦਾ ਹੈ ਵੀ ਕਿਤੇ ਨਾ ਕਿਤੇ ਅਮਰੀਕਾ ਦੇ ਵਿੱਚ ਵੀ ਉਹਨਾਂ ਦੇ ਪਾਲਿਸੀ ਮੇਕਰਸ ਉਹਨਾਂ ਦੀ ਹਮੇਸ਼ਾ ਪਲਾਨ 1 ਪਲਾਨ 2 ਪਲਾਨ 3 ਹੁੰਦਾ ਕੋਈ ਉਹਨਾਂ ਦੀ ਲਾਇਲਟੀ ਕਿਸੇ ਨਾਲ ਇਹ ਨਹੀਂ ਹੈ ਵੀ ਕੋਈ ਇਹਨਾਂ ਦਾ ਮਾਮੇ ਦਾ ਜਾਂ ਫੂਫੀ ਦਾ ਪੁੱਤਰ ਹੈ ਤੇ ਉਹਦੇ ਨਾਲ ਇਹ ਆਪਣੇ ਹਿੱਤ ਨਾਲ ਹੀ ਜੁੜਿਆ ਹੁੰਦਾ ਸੋ ਇਹ ਰੀਥਿੰਕਿੰਗ ਜ਼ਰੂਰ ਕਿਤੇ ਹੋਈ ਹੈ ਕਿਉਂਕਿ ਜਦੋਂ 5 ਅਗਸਤ 2019 ਨੂੰ ਭਾਰਤ ਨੇ ਜੰਮੂ ਕਸ਼ਮੀਰ ਦਾ ਸੂਬੇ ਦਾ ਵਜੂਦ ਹੀ ਖਤਮ ਕਰਤਾ ਆਰਟੀਕਲ 370-35 ਤੇ ਅਮਰੀਕਾ ਵੱਲੋਂ ਕੋਈ ਰਿਐਕਸ਼ਨ ਦੇਖਣ 'ਚ ਨਹੀਂ ਆਇਆ ਹਾਲਾਂ ਟਰੰਪ ਉਸ ਜ਼ਮਾਨੇ 'ਚ ਇਮਰਾਨ ਖਾਨ ਦੀਆਂ ਤਾਂ ਤਾਰੀਫਾਂ ਕਰਦਾ ਹੁੰਦਾ ਸੀ ਲੇਕਿਨ ਔਨ ਦਾ ਗਰਾਊਂਡ ਫਿਰ ਗੱਲ ਇੱਥੋਂ ਤੱਕ ਨਹੀਂ ਮੁੱਕੀ G20 ਦੇ ਵੇਲੇ ਜਿਹੜਾ ਇੱਕ ਸਾਲ ਇਹਨਾਂ ਨੇ ਨੌਟੰਕੀ ਕੀਤੀ 200 ਤੋਂ ਜ਼ਿਆਦਾ ਮੀਟਿੰਗਾਂ ਅੱਡ-ਅੱਡ ਥਾਵਾਂ ਤੇ ਸ੍ਰੀਨਗਰ 'ਚ ਵੀ ਰੱਖੀ ਇੱਕ ਮੀਟਿੰਗ ਚੀਨ ਨੇ ਪ੍ਰੋਟੈਸਟ ਕੀਤਾ ਟਰਕੀ ਨੇ ਕੀਤਾ ਸਾਊਦੀ ਅਰੇਬੀਆ ਨੇ ਕੀਤਾ ਪਾਕਿਸਤਾਨ ਭਾਵੇਂ G20 ਦਾ ਮੈਂਬਰ ਉਹਨੇ ਵੀ ਕੀਤਾ ਲੇਕਿਨ ਉਹ ਮੀਟਿੰਗ ਹੋਈ ਅਮਰੀਕਾ ਦਾ ਨੁਮਾਇੰਦਾ ਉੱਥੇ ਗਿਆ ਇਹਦਾ ਮਤਲਬ ਇਹ ਸੀ ਕਿ ਜੀ ਅਮਰੀਕਾ ਨੇ ਵੀ ਮੰਨ ਲਿਆ ਕਿ ਇਹ ਜਿਹੜਾ ਇਹ ਭਾਰਤ ਦਾ ਹੀ ਹੁਣ ਹੋ ਗਿਆ ਕਬਜ਼ਾ ਔਰ ਇੰਡੀਅਨ ਦਬਕੇ ਮਾਰਨ ਲੱਗ ਗਿਆ ਜੀ ਉਹ ਵੀ ਸਾਨੂੰ ਫੜਾਓ ਗਿਲਗਿਤ ਬਾਲਸਤਾਨ ਕਿਉਂਕਿ ਇਹ ਕਿਤੇ ਨਾ ਕਿਤੇ ਜਿਹੜੀ ਹੈ ਭਾਰਤ ਦੀ ਖੇਡ ਉਹਨਾਂ ਨੂੰ ਲੱਗਦਾ ਸੀ ਕਿ ਜਿਵੇਂ ਟਰੰਪ ਪੀਰੀਅਡ 'ਚ ਅਸੀਂ ਇਹ ਦੱਬ ਲਿਆ ਉਹਨੂੰ ਡਿਸਪਿਊਟਡ ਟੈਰੀਟਰੀ 'ਚੋਂ ਕੱਢ ਕੇ ਇਵੇਂ ਹੀ ਕਰਾਂਗੇ ਪਰ ਜਿਹੜੀ ਅਮਰੀਕਾ ਦੀ ਰੀਥਿੰਕਿੰਗ ਹੈ ਉਸ ਦਾ ਮੈਂ ਦੇਖਦਾ ਹਾਲਾਂ ਇਹ ਖਬਰ ਨੂੰ ਇੰਡੀਅਨ ਮੀਡੀਆ ਜਾਂ ਉਹਨਾਂ ਨੂੰ ਪਤਾ ਹੈ ਵੀ ਕਿਹੜੀ ਗੱਲ ਨੂੰ ਨਹੀਂ ਉਭਾਰਨਾ ਕਿਉਂਕਿ ਅਜੇ ਕੱਲ੍ਹ ਤੱਕ ਤਾਂ ਅਮਰੀਕਾ ਦੇ ਗੁਣ ਗਾ ਰਹੇ ਸੀ ਕਿ ਅਮਰੀਕਾ ਜਿਹੜਾ ਹੈ ਉਹ ਸਾਡੇ ਨਾਲ ਹੁਣ ਅਸੀਂ ਇੱਥੇ ਪਹੁੰਚ ਗਏ ਹੁਣ ਉੱਥੇ ਪਹੁੰਚ ਗਏ ਹੁਣ ਇੱਕਦਮ
ਅਜੇ ਮੂੰਹ ਦੇ ਵਿੱਚ ਤਾਂ ਜਦੋਂ ਸੰਘ 'ਚ ਲੰਘਿਆ ਨਹੀਂ ਸੀ ਤਾਂ ਹੁਣ ਥੂ ਕਿਵੇਂ ਕਰਨ। ਲੇਕਿਨ ਇਸ ਖਬਰ ਨੂੰ ਉਹਨਾਂ ਦੇ ਜਿਹੜੇ ਇੱਕ ਦੋ ਸੰਜੀਦਾ ਨੇ ਯੂਟਿਊਬਰ ਉਹਨਾਂ ਨੇ ਇਸ ਦੇ ਉੱਤੇ ਕਮੈਂਟ ਕੀਤਾ। ਇੰਡੀਆ ਨੇ ਰਵਾਇਤੀ ਪ੍ਰੋਟੈਸਟ ਔਰ ਖਬਰ ਸੀ ਰੋ ਆਫਟਰ US diplomats visit to Pakistan occupied Kashmir, US envoy says not my place to react। ਹੁਣ ਜਿਹੜੇ ਅਮਰੀਕਾ ਦੇ ਐਂਬੈਸਡਰ ਨੇ ਪਾਕਿਸਤਾਨ ਦੇ ਵਿੱਚ ਡੋਨਾਲਡ ਬਲੂਮ ਉਹ 6 ਦਿਨ ਗਿਲਗਿਤ ਬਾਲਸਤਾਨ ਦੇ ਵਿੱਚ ਗਏ। ਜਦੋਂ ਅਸੀਂ ਆਜ਼ਾਦ ਕਸ਼ਮੀਰ ਕਹਿੰਦੇ ਆ, ਆਜ਼ਾਦ ਭਾਵੇਂ ਹੁਣ ਉਹਨਾਂ ਨੇ ਉਹਨੂੰ ਇੱਕ ਸੈਪਰੇਟ ਟੈਰੀਟਰੀ ਬਣਾਇਆ ਹੋਇਆ ਲੇਕਿਨ ਇਹ ਆਜ਼ਾਦ ਕਸ਼ਮੀਰ ਦਾ ਹਿੱਸਾ ਹੈ। ਆਜ਼ਾਦ ਕਸ਼ਮੀਰ ਇੱਕ ਪਾਸਾ ਉਹ ਹੈ ਜਿਹੜਾ ਬਾਰਡਰ ਇੱਧਰ ਲੱਗਦਾ ਹੈ ਜਿਹਨੂੰ LOC ਕਹਿੰਦੇ ਨੇ ਤੇ ਦੂਸਰੇ ਪਾਸੇ ਗਿਲਗਿਤ ਬਾਲਸਤਾਨ ਜਿਹੜਾ ਬਹੁਤ ਉਚਾਈ ਤੇ ਜਿਸ ਦੇ ਵਿੱਚ ਜਿਹੜੀ ਹੈ ਸੈਕੰਡ ਹਾਈਐਸਟ ਮਾਊਂਟੇਨ ਦੁਨੀਆ ਦੀ K2 ਸ਼ਾਇਦ ਉਹਨੂੰ ਕਹਿੰਦੇ ਨੇ, ਉਹ ਉਹਦੇ 'ਚ ਹੈ। ਬੜਾ ਖੂਬਸੂਰਤ ਟੂਰਿਸਟ ਰਿਜ਼ੋਰਟ ਔਰ ਉਸ ਲਿਹਾਜ਼ ਨਾਲ ਹੈ। ਹੁਣ ਇਸ ਤੋਂ ਪਹਿਲਾਂ ਇਸ ਗੱਲ ਦਾ ਧਿਆਨ ਰਿਹਾ ਕਿ ਜਿਹੜੀ ਬੀਬੀ ਕਾਂਗਰਸ ਵੂਮਨ ਇਲਹਾਨ ਉਮਰ ਦਾ ਜ਼ਿਕਰ ਕੀਤਾ ਅਸੀਂ, ਉਹ ਜਦੋਂ ਪਿੱਛੇ ਜੇ ਆਜ਼ਾਦ ਕਸ਼ਮੀਰ ਗਈ, ਉਹ ਮੁਜ਼ੱਫਰਾਬਾਦ ਗਈ ਸੀ ਤੇ ਇੰਡੀਆ ਨੇ ਬੜਾ ਪ੍ਰੋਟੈਸਟ ਕੀਤਾ ਸੀ ਕਿ ਜੇ ਇਹ ਸਾਡੀ ਟੈਰੀਟਰੀ, ਉਹਨਾਂ ਦਾ ਇੰਡੀਆ ਦਾ ਕਹਿਣਾ ਉਹ ਕਸ਼ਮੀਰ ਵੀ ਗਿਲਗਿਤ ਬਾਲਸਤਾਨ ਵੀ ਸਾਡਾ ਹੈ। ਤੇ ਜਦੋਂ ਕਾਂਗਰਸ ਵੂਮਨ ਗਈ ਉਦੋਂ ਵੀ ਇੰਡੀਆ ਨੇ ਅਫੀਸ਼ੀਅਲ ਪ੍ਰੋਟੈਸਟ ਕੀਤਾ ਜੀ ਜੇ ਅਮਰੀਕਨ ਉੱਥੇ ਜਾਂਦੇ ਨੇ ਤਾਂ ਮਤਲਬ ਇਹ ਹੈ ਕਿ ਅਸੀਂ ਜਿਹੜਾ ਉਹਨੂੰ ਖੋਣਾ ਚਾਹੁੰਦੇ ਆ, ਇਹ ਤਾਂ ਉਹਦੇ ਰਾਹ 'ਚ ਇਹ ਰੁਕਾਵਟ ਬਣ ਰਿਹਾ ਵੀ ਇੱਕ ਤਾਂ ਅਸੀਂ ਦੱਬ ਲਿਆ ਕਸ਼ਮੀਰ। ਹੁਣ ਐਨ ਇਸ ਵੇਲੇ ਜਦੋਂ ਕਿ ਕ੍ਰਾਈਸਿਸ ਇਸ ਵੇਲੇ ਫੁੱਲ ਸਿਖਰ ਦੇ ਉੱਤੇ ਹੈ, ਅਮਰੀਕਨ ਐਂਬੈਸਡਰ ਦਾ ਗਿਲਗਿਤ ਬਾਲਸਤਾਨ 6 ਰੋਜ਼ਾ ਦੌਰੇ ਦੇ ਉੱਤੇ ਜਾਣਾ ਇਹ ਕੋਈ ਨਾ ਕੋਈ ਮੈਸੇਜ ਵੀ ਦੇ ਰਿਹਾ। ਔਰ ਜਿਹੜਾ ਇੰਡੀਆ 'ਚ ਐਂਬੈਸਡਰ ਹੈ US ਅਮਰੀਕਾ ਦਾ ਮਿਸਟਰ ਐਰਿਕ ਗਾਰਸੈਟੀ, ਉਹਨੂੰ ਜਦੋਂ ਪਿਛਲੇ ਕੱਲ ਪੁੱਛਿਆ ਗਿਆ ਕਿ ਜੀ ਤੁਹਾਡੇ ਪਾਕਿਸਤਾਨ ਦੇ ਜਿਹੜੇ ਨੇ ਐਂਬੈਸਡਰ ਡੋਨਾਲਡ ਬਲੇਮ ਉਹ ਗਿਲਗਿਤ ਬਾਲਸਤਾਨ ਗਏ ਨੇ ਇਹ ਕੀ, ਔਰ ਉੱਥੇ ਉਹਨਾਂ ਨੇ ਕਿਹਾ ਜੀ ਇਹ ਇੰਡੀਆ ਔਰ ਪਾਕਿਸਤਾਨ ਦੇ ਵਿਚਾਲੇ ਜਿਹੜਾ ਕਸ਼ਮੀਰ ਦਾ ਮੁੱਦਾ ਗੱਲਬਾਤ ਰਾਹੀਂ ਹੱਲ ਹੋਣਾ ਚਾਹੀਦਾ। ਇਹ ਸਮਝਦੇ ਨੇ ਵੀ ਅਸੀਂ ਤਾਂ ਹੱਲ ਕਰਤਾ, ਅਸੀਂ ਤਾਂ ਉਹਨੂੰ ਅਨੈਕਸ ਕਰ ਲਿਆ, ਦੂਜੀ ਅਸੀਂ ਧਮਕੀ ਦੇ ਦਿੱਤੀ ਹੈ ਵੀ ਅਸੀਂ ਉਸ ਨੂੰ ਲੈ ਲੈਣਾ। ਔਰ ਉਹਦੇ 'ਚ ਉਹਨਾਂ ਨੇ ਇਹਨੂੰ ਰਿਪੋਰਟ ਕੀਤਾ ਉਹਨਾਂ ਦੇ ਡਾਨ ਅਖਬਾਰ ਨੇ ਵੀ। ਔਰ ਇਹ ਜਿਹੜਾ ਸਾਰਾ ਟੂਰ ਸੀ 6 ਦਿਨ ਦਾ ਇਹ ਬਿਲਕੁਲ ਸੀਕ੍ਰੇਟ ਟੂਰ ਸੀ, ਐਂਬੈਸੀ ਵੱਲੋਂ ਵੀ ਲੋਕਲ ਗੌਰਮੈਂਟ ਵੱਲੋਂ ਵੀ। ਉੱਥੇ ਉਹ ਲੋਕਲ ਜਿਹੜੇ ਨੇ ਟੂਰਿਜ਼ਮ ਮਿਨਿਸਟਰ ਨੂੰ ਵੀ ਮਿਲੇ ਔਰ ਇਸ ਦਾ ਜਿਹੜਾ ਬਾਅਦ ਦੇ ਵਿੱਚ ਜ਼ਿਕਰ ਜਿਹੜਾ ਇਹ ਉਹਨਾਂ ਦੇ ਜਿਹੜੀ ਡਿਪਟੀ ਸਪੀਕਰ ਹੈ ਉਸ ਦੇ ਵੈਬਸਾਈਟ ਤੋਂ ਹੋਇਆ ਕਿ ਮਿਸਟਰ ਬਲੂਮ ਗਏ ਨੇ ਔਰ ਇਹ ਉਹਨਾਂ ਨੇ ਕਿਹਾ ਕਿ ਜੀ ਇਹ ਅਸੀਂ ਕਿਤੇ ਵੀ ਜਾ ਸਕਦੇ ਹਾਂ, ਸਾਨੂੰ ਕਿਸੇ ਤੋਂ ਇਜਾਜ਼ਤ ਲੈਣ ਦੀ ਲੋੜ ਨਹੀਂ ਹੈ। ਔਰ ਇਸ ਦੇ ਉੱਤੇ ਫਿਰ ਇੰਡੀਅਨ ਐਂਬੈਸਡਰ ਨੂੰ ਜਦੋਂ ਜਿਹੜਾ ਅਮਰੀਕਾ ਦਾ ਇੰਡੀਆ 'ਚ ਐਂਬੈਸਡਰ ਹੈ ਉਹ ਜ਼ਿਆਦਾ ਗ੍ਰਿਲ ਕਰ ਰਹੇ ਸੀ ਤੇ ਉਹਨੇ ਕਿਹਾ ਜੀ ਕਿ ਅਸੀਂ ਜਦੋਂ ਤੁਸੀਂ ਸ੍ਰੀਨਗਰ ਮੀਟਿੰਗ ਰੱਖੀ ਉਹਦੇ 'ਚ ਵੀ ਅਸੀਂ ਗਏ ਸੀ ਤੇ ਜੇ ਹੁਣ ਗਿਲਗਿਤ ਬਾਲਸਤਾਨ ਗਏ ਤਾਂ ਕੀ ਹੋ ਗਿਆ। ਪਰ ਜ਼ਰੂਰ ਕੁਝ ਹੋਇਆ ਕਿਉਂਕਿ ਅਮਰੀਕਾ ਆਪਣੀ ਉਸ ਪਾਲਿਸੀ ਨੂੰ ਵੀ ਜਿਹਦੇ 'ਚ ਪਾਕਿਸਤਾਨ ਨੂੰ ਬਿਲਕੁਲ ਛਿੜਕ ਦਿੱਤਾ ਸੀ ਉਹਨੂੰ ਵੀ ਰੀਥਿੰਕ ਕਰ ਰਿਹਾ। ਔਰ ਇੰਡੀਆ ਦਾ ਝੁਕਾਅ ਆਉਣ ਵਾਲੇ ਪੀਰੀਅਡ 'ਚ ਅਸੀਂ ਦੇਖਦੇ ਹਾਂ ਕਿ ਵੀ ਚੀਨ ਤਾਂ ਸੈਲੀਬ੍ਰੇਟ ਕਰ ਰਿਹਾ ਕਿ ਆਹ ਦੇਖ ਲਓ ਸੋ ਕਾਲ ਚਾਈਨਾ ਨੇ ਕਿਹਾ ਸੋ ਕਾਲਡ ਇੰਡੀਅਨ ਡੈਮੋਕ੍ਰੇਸੀ। ਉਹਨੇ ਕਿਹਾ ਤੁਹਾਡੇ ਅਮਰੀਕਾ ਦੇ ਦੂਜੇ ਡਬਲ ਸਟੈਂਡਰਡ ਵੀ ਸਾਨੂੰ ਤੁਸੀਂ ਭੰਨਦੇ ਹੋ। ਔਰ ਦੂਜੇ ਫਿਰ ਇਕੱਲਾ ਇਹ ਨਹੀਂ ਹੈ, ਅਸੀਂ ਅਫਗਾਨਿਸਤਾਨ ਦੇ ਹਵਾਲੇ ਨਾਲ ਦੇਖਦੇ ਹਾਂ। ਅਫਗਾਨਿਸਤਾਨ ਐਮਬੈਸੀ ਅਨਾਊਂਸਿਸ ਸ਼ਟ ਡਾਊਨ ਸਾਈਟਿੰਗ ਲੈਕ ਆਫ ਮਿਨਿਸਟਰੀ ਆਫ ਐਕਸਟਰਨਲ ਅਫੇਅਰ ਸਪੋਰਟ। ਜਿਹੜੀ ਅਫਗਾਨਿਸਤਾਨ ਦੀ ਐਮਬੈਸੀ ਦਿੱਲੀ ਦੇ ਵਿੱਚ ਸੀ ਜਿਹਨੂੰ ਇੰਡੀਅਨ ਜਿਸ ਉਸ ਨੂੰ ਰੈਕਗਨਾਈਜ਼ ਕੀਤਾ ਹੋਇਆ ਸੀ ਔਰ ਦੂਜੇ ਉਹਨਾਂ ਦੇ ਅੱਜ ਜਿਹੜਾ ਉੱਥੇ ਹੈ ਬੰਦਾ ਮੇਨ ਉਹਨੇ ਕਿਹਾ ਜੀ ਅਸੀਂ ਇਹਨੂੰ ਬੰਦ ਕਰ ਰਹੇ ਹਾਂ। ਔਰ ਇਹਦਾ ਰੀਜ਼ਨ ਇਹ ਹੈ ਵੀ ਇੰਡੀਆ ਸਾਡੇ ਨਾਲ ਬਿਲਕੁਲ ਕੋਆਪਰੇਟ ਨਹੀਂ ਕਰ ਰਿਹਾ। ਉਹਨਾਂ ਨੇ ਕਿਹਾ ਦਾ ਡਿਸੀਜਨ ਵਿਚ ਵਾਸ ਕਨਵੇਡ ਇਨ ਐਨ ਅਨਸਾਈਨਡ ਨੋਟ ਵਰਬੇਲ ਟੂ ਦਾ ਮਿਨਿਸਟਰੀ ਆਫ ਐਕਸਟਰਨਲ ਅਫੇਅਰ ਦਿਸ ਵੀਕ indicated embassy would close at the end of September. In particular, the note said that New Delhi has refused several request letters asking for assistance as well as visas for about 3,000 Afghan students who were due to travel to India in 2021 but had not been given travel papers. कि 3,000 ਅਫਗਾਨ ਸਟੂਡੈਂਟਸ ਨੇ ਆਉਣਾ ਸੀ, ਇੰਡੀਆ ਨੇ ਪੇਪਰ ਨਹੀਂ ਦਿੱਤੇ। ਸੋ ਹੁਣ ਅਫਗਾਨਿਸਤਾਨ ਨੀਤੀ ਭਾਰਤ ਦੀ ਕਿਉਂ ਬਦਲੀ? ਪਹਿਲਾਂ ਤਾਂ ਉਹਨਾਂ ਨੇ ਬੜਾ ਜਿਹੜਾ ਉਹ ਤਾਮ ਝਾਮ ਦੇ ਨਾਲ ਇਹ ਸਾਰਿਆਂ ਨੂੰ ਸਪੋਰਟ ਕੀਤਾ ਸੀ। ਹੁਣ ਇਕੱਲਾ ਇਹੀ ਨਹੀਂ ਹੈ, ਇਸ 'ਚ ਅਮਰੀਕਾ ਇਹ ਵੀ ਦੇਖ ਰਿਹਾ ਕਿ ਵੀ ਇਸ ਸਾਰੇ 'ਚੋਂ ਚਾਈਨਾ ਜਿਹੜਾ ਉਸ ਦਾ ਕੀ ਫਾਇਦਾ ਨਿਕਲ ਸਕਦਾ ਜਾਂ ਕੀ ਫਾਇਦਾ ਕੱਢੇਗਾ। ਬਲੂਮਬਰਗ ਦੀ ਸਟੋਰੀ ਹੈ ਸਿੱਖ ਮਰਡਰ, ਚਾਈਨਾ ਇਜ਼ ਬੈਨੀਫਿਟਿੰਗ ਫਰਮ US ਇੰਡੀਆ ਟੈਂਸ਼ਨਸ।
ਜ਼ਾਹਰ ਹੈ ਵੀ ਚਾਈਨਾ ਦੇ ਤਾਂ ਹੱਕ ਦੇ ਵਿੱਚ ਜਾਂਦਾ ਹੈ। ਔਰ ਇਸ ਗੱਲ ਨੂੰ ਇਹ ਦੇਖਦੇ ਆ ਹੁਣ ਜੈ ਸ਼ੰਕਰ ਨੂੰ ਵੀ ਇਹ ਨਜ਼ਰ ਆ ਰਿਹਾ ਕਿ ਵੀ ਇੱਥੋਂ ਤਾਂ ਹੁਣ ਛਿੱਤਰਾਂ ਦੇ ਛਿੱਤਰ ਪੈ ਰਹੇ ਨੇ, ਚੱਲੀਏ ਪੁਰਾਣੇ ਯਾਰ ਵੱਲ, ਰਸ਼ੀਆ ਵੱਲ। ਔਰ ਉਹਨੇ ਵਾਸ਼ਿੰਗਟਨ 'ਚ ਖਲੋ ਕੇ ਕਿਹਾ ਜੀ ਇੰਡੀਆ ਟੇਕਸ ਗ੍ਰੇਟ ਕੇਅਰ ensuring steady ties with Russia are in good shape। ਜੈ ਸ਼ੰਕਰ ਕਿ ਅਸੀਂ ਪੂਰੀ ਕੋਸ਼ਿਸ਼ ਕਰਦੇ ਹਾਂ ਕਿ ਜੀ ਸਾਡੇ ਰੂਸ ਦੇ ਨਾਲ ਜਿਹੜੇ ਸਬੰਧ ਨੇ ਉਹ ਚੰਗੇ ਰਹਿਣ। ਜੀ ਸੋ ਇਹ ਤਬਦੀਲੀਆਂ ਨੇ ਬਹੁਤ ਵਾਰੀ ਆਮ ਤੁਸੀਂ ਜਦੋਂ ਤੱਕ ਉਹਨਾਂ ਨੂੰ ਖਬਰ ਨੂੰ ਉਸ ਸਥਾਨ ਤੇ ਚੜਾ ਕੇ ਨਹੀਂ ਦੇਖਦੇ ਕਿ ਵੀ ਔਰ ਇਹ ਕਿਵੇਂ ਇੱਕ ਦਿਨ 18 ਸਤੰਬਰ ਦੇ ਦਿਨ ਨੇ ਇਹ ਸਾਰੀ ਜਿਓਪੋਲਿਟਿਕਸ ਦੇ ਵਿੱਚ ਬਿਲਕੁਲ ਜ਼ਲਜ਼ਲਾ ਲੈ ਆਉਂਦਾ ਹੈ। ਹੁਣ ਇਹ ਕਿੱਧਰ ਨੂੰ ਜਾਏਗਾ, ਅਸੀਂ ਇਸ ਨੂੰ ਕਿਵੇਂ ਇੱਕ ਓਪਰਚੁਨਿਟੀ ਦੇ ਤੌਰ ਤੇ ਆਪਣੇ ਕੇਸ ਨੂੰ ਐਡਵਾਂਸ ਕਰਨ ਲਈ ਲਿਜਾ ਸਕਦੇ ਹਾਂ, ਇਹ ਹੁਣ ਸਾਡੀ ਸਟ੍ਰੈਟਜੀ ਦੇ ਉੱਤੇ ਔਰ ਜ਼ਾਹਰ ਹੈ ਇਹਨਾਂ ਦੇ ਵੱਡੇ ਹਿੱਤਾਂ ਦੇ ਉੱਤੇ ਡਿਪੈਂਡ ਕਰੇਗਾ। ਜੀ ਰਾਜ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਥਲੇ ਨਾ ਬ੍ਰੇਕ ਵਿਊਅਰਸ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ।